ਜਦੋਂ ਮੈਂ ਪਹਿਲੀ ਵਾਰ ਉਹ ਦਿਲ ਦਹਿਲਾਉਣ ਵਾਲੀ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ ਤਾਂ ਮੈਂ ਪੂਰੀ ਤਰ੍ਹਾਂ ਘਬਰਾ ਗਈ ਸੀ। ਮੈਂ ਗੂੜੀ ਨੀਂਦ ਚੋਂ ਹੜਬੜਾ ਕੇ ਉੱਠ ਬੈਠੀ ਅਤੇ ਚੀਕਣ ਚਿਲਾਉਣ ਦੀਆਂ ਆਵਾਜ਼ਾਂ ਪੂਰੀ ਹਵੇਲੀ ਵਿੱਚ ਗੂੰਜ ਰਹੀਆਂ ਸਨ। ਉਸ ਸਮੇਂ ਚਾਰੇ ਪਾਸੇ ਸੰਨਾਟਾ ਸੀ। ਮੇਰੇ ਕਮਰੇ ਵਿੱਚ ਬਹੁਤ ਹਨੇਰਾ ਤੇ ਸੰਨਾਟਾ ਸੀ। ਮੈਂ ਹੱਥ ਨਾਲ ਟੰਟੋਲਦੇ ਹੋਏ ਸਾਈਡ ਟੇਬਲ ਦਾ ਲੈਂਪ ਜਗਾਇਆ। ਮੈਂ ਘੜੀ ਵੱਲ ਦੇਖਿਆ ਤਾਂ ਰਾਤ ਦੇ 1 ਵਜ ਰਹੇ ਸਨ ਅਤੇ ਚੀਕ ਪੁਕਾਰ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ। ਮੈਂ ਹੈਰਾਨ ਸੀ ਕਿ ਮੇਰੀ ਬਗਲ ਵਿੱਚ ਲੇਟੇ ਮੇਰੇ ਪਤੀ ਅਮਿਤ ਹੁਣ ਵੀ ਗੂੜੀ ਨੀਂਦ ਵਿੱਚ ਸੁੱਤੇ ਹੋਏ ਸਨ। ਇੰਨੇ ਰੋਲੇ ਵਿੱਚ ਉਹਨਾਂ ਨੂੰ ਨੀਂਦ ਕਿਵੇਂ ਆ ਸਕਦੀ ਸੀ? ਕੱਲ ਹੀ ਤਾਂ ਮੈਂ ਅਮਿਤ ਦੀ ਦੁਲਹਨ ਬਣ ਕੇ ਇਸ ਘਰ ਵਿੱਚ ਆਈ ਸੀ। ਮੇਰਾ ਵਿਆਹ ਬੜੀ ਧੂਮਧਾਮ ਨਾਲ ਅਮਿਤ ਨਾਲ ਹੋਇਆ ਸੀ। ਮੈਂ ਬਹੁਤ ਅਮੀਰ ਖਾਨਦਾਨ ਦੀ ਨੂੰਹ ਬਣੀ ਸੀ। ਮੈਂ ਵੀ ਇੱਕ ਅਮੀਰ ਖਾਨਦਾਨ ਤੋਂ ਸੀ। ਮੇਰੇ ਸੱਸ ਸਹੁਰੇ ਕਦੋਂ ਦੇ ਮਰ ਚੁੱਕੇ ਸਨ। ਜੇਠ ਜੀ ਬਹੁਤ ਹੀ ਦੇਖਭਾਲ ਵਾਲੇ ਇਨਸਾਨ ਸਨ। ਮੈਂ ਉਹਨਾਂ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਮੇਰਾ ਅਮਿਤ ਨਾਲ ਲਵ ਮੈਰਿਜ ਵਾਲਾ ਵਿਆਹ ਸੀ। ਅਸੀਂ ਇੱਕ ਦੂਜੇ ਨੂੰ ਵਿਆਹ ਲਈ ਪਸੰਦ ਕੀਤਾ ਸੀ ਅਤੇ ਉੱਥੋਂ ਹੀ ਸਾਡੀ ਫੋਨ ਤੇ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਸਨ। ਅਸੀਂ ਦੋਨੇ ਹੀ ਅਮੀਰ ਖਾਨਦਾਨ ਤੋਂ ਸੀ, ਇਸ ਲਈ ਕਿਸੇ ਨੂੰ ਵੀ ਇਸ ਰਿਸ਼ਤੇ ਤੋਂ ਇਤਰਾਜ਼ ਨਹੀਂ ਹੋਇਆ। ਮੇਰੇ ਵਿਆਹ ਦੀ ਪਹਿਲੀ ਰਾਤ ਸੀ ਅਤੇ ਉਸੇ ਰਾਤ ਮੈਂ ਚੀਕਾਂ ਸੁਣੀ ਸੀ। ਇੱਕ ਕੁੜੀ ਦੀਆਂ ਚੀਕਾਂ ਦੀ ਆਵਾਜ਼ ਸੀ, ਜਿਵੇਂ ਉਹ ਆਪਣੀ ਮਦਦ ਲਈ ਕਿਸੇ ਨੂੰ ਪੁਕਾਰ ਰਹੀ ਹੋਵੇ। ਪਹਿਲਾਂ ਤਾਂ ਮੈਂ ਸੋਚਿਆ ਕਿ ਕਮਰੇ ਤੋਂ ਬਾਹਰ ਜਾ ਕੇ ਦੇਖਾਂ ਕਿ ਆਵਾਜ਼ਾਂ ਕਿਸ ਦੀਆਂ ਹਨ। ਕੌਣ ਹੈ ਜੋ ਇਸ ਵਕਤ ਇਸ ਤਰ੍ਹਾਂ ਦੀਆਂ ਦਰਦ ਭਰੀਆਂ ਤੇਜ਼ ਆਵਾਜ਼ਾਂ ਨਾਲ ਚੀਕ ਰਿਹਾ ਹੈ? ਪਰ ਮੈਂ ਇੱਕ ਦਿਨ ਦੀ ਦੁਲਹਨ ਸੀ। ਐਵੇਂ ਕਿਵੇਂ ਮੂੰਹ ਚੱਕ ਕੇ ਕਮਰੇ ਤੋਂ ਬਾਹਰ ਨਿਕਲ ਸਕਦੀ ਹਾਂ? ਅੱਧਾ ਘੰਟਾ ਇਹ ਆਵਾਜ਼ ਗੂੰਜਦੀ ਰਹੀ। ਉਸ ਤੋਂ ਬਾਅਦ ਸ਼ਾਂਤੀ ਛਾ ਗਈ। ਮੈਨੂੰ ਅਮਿਤ ਦੀ ਨੀਂਦ ਦੇਖ ਕੇ ਹੈਰਤ ਹੋ ਰਹੀ ਸੀ। ਉਹ ਇੰਨੇ ਰੋਲੇ ਵਿੱਚ ਕਿਵੇਂ ਸੋ ਸਕਦਾ ਸੀ? ਪਰ ਕੁਝ ਦੇਰ ਬਾਅਦ ਆਵਾਜ਼ ਆਉਣੀ ਇਸ ਤਰ੍ਹਾਂ ਬੰਦ ਹੋ ਗਈ ਸੀ ਜਿਵੇਂ ਕਦੇ ਰੋਲਾ ਹੋਇਆ ਹੀ ਨਾ ਹੋਵੇ। ਮੈਂ ਦੁਬਾਰਾ ਲੇਟ ਗਈ ਅਤੇ ਹੁਣ ਮੇਰੀਆਂ ਅੱਖਾਂ ਤੋਂ ਨੀਂਦ ਕੋਹਾਂ ਦੂਰ ਜਾ ਚੁੱਕੀ ਸੀ। ਮੇਰਾ ਦਿਮਾਗ ਵਾਰ-ਵਾਰ ਉਸ ਚੀਕਣ ਵਾਲੀ ਕੁੜੀ ਵੱਲ ਜਾ ਰਿਹਾ ਸੀ। ਕੌਣ ਸੀ ਉਹ ਅਤੇ ਉਹ ਇਸ ਤਰ੍ਹਾਂ ਕਿਉਂ ਚੀਕ ਰਹੀ ਸੀ? ਅਤੇ ਉਸ ਦੀ ਆਵਾਜ਼ ਤੇ ਸਭ ਲੋਕ ਕਿਉਂ ਖਾਮੋਸ਼ ਸਨ? ਵਰਨਾ ਇੱਕ ਹਲਚਲ ਜਿਹੀ ਮਚ ਜਾਣੀ ਚਾਹੀਦੀ ਸੀ। ਫਿਰ ਮੈਨੂੰ ਕੁਝ ਡਰ ਜਿਹਾ ਮਹਿਸੂਸ ਹੋਣ ਲੱਗਾ ਸੀ, ਕਿਉਂਕਿ ਜਿੱਥੇ ਇਹ ਹਵੇਲੀ ਬਣੀ ਸੀ ਉੱਥੇ ਆਸ-ਪਾਸ ਕੇਵਲ ਜੰਗਲ ਹੀ ਸਨ। ਪਿੰਡ ਤਾਂ 3-4 ਮੀਲ ਦੀ ਦੂਰੀ ਉੱਤੇ ਸੀ। ਮੈਂ ਕੁਝ ਦਿਨਾਂ ਲਈ ਪਿੰਡ ਆਈ ਸੀ ਕਿਉਂਕਿ ਮੈਨੂੰ ਰਹਿਣਾ ਸ਼ਹਿਰ ਵਿੱਚ ਹੀ ਸੀ। ਵਿਆਹ ਤੋਂ ਪਹਿਲਾਂ ਮੇਰੀ ਇਹ ਗੱਲ ਤੈਅ ਹੋਈ ਸੀ ਅਤੇ ਸ਼ਹਿਰ ਵਿੱਚ ਵੀ ਇਹਨਾਂ ਲੋਕਾਂ ਦਾ ਬੰਗਲਾ ਬਹੁਤ ਖੂਬਸੂਰਤ ਬਣਿਆ ਹੋਇਆ ਸੀ ਅਤੇ ਹਵੇਲੀ ਤਾਂ ਇੰਨੀ ਵੱਡੀ ਸੀ ਕਿ ਨਾ ਜਾਣੇ ਕਿੰਨੇ ਕਮਰੇ ਬਣੇ ਹੋਏ ਸਨ। ਇੱਥੋਂ ਦਾ ਬਾਗ ਬਹੁਤ ਖੂਬਸੂਰਤ ਬਣਿਆ ਹੋਇਆ ਸੀ। ਮੈਨੂੰ ਤਾਂ ਇਸ ਹਵੇਲੀ ਵਿੱਚ ਵੜਦੇ ਹੀ ਕਿਸੇ ਮਹਿਲ ਵਰਗਾ ਲੱਗਣ ਲੱਗਾ ਸੀ। ਮੈਂ ਬਸ ਥੋੜੀ ਜਿਹੀ ਨਜ਼ਰ ਮਾਰੀ ਸੀ। ਮੇਰਾ ਕਮਰਾ ਫੁੱਲਾਂ ਅਤੇ ਕੈਂਡਲਸ ਨਾਲ ਸਜਾਇਆ ਗਿਆ ਸੀ। ਮੈਂ ਆਪਣੇ ਆਪ ਤੇ ਜਿੰਨਾ ਵੀ ਗਰੂਰ ਕਰਦੀ ਓਨਾ ਹੀ ਘੱਟ ਸੀ। ਸਾਨੂੰ ਦੋਹਾਂ ਨੂੰ ਦੇਖ ਕੇ ਸਭ ਦੀਵੇ ਬਾਤੀ ਦੀ ਜੋੜੀ ਕਹਿੰਦੇ ਸਨ। ਪਰ ਅੱਜ ਦੀ ਰਾਤ ਜੋ ਕੁਝ ਮੈਂ ਸੁਣਿਆ ਸੀ, ਮੇਰੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਨਾ ਜਾਣੇ ਕਦੋਂ ਸੋਚਦੇ ਮੈਂ ਫਿਰ ਤੋਂ ਨੀਂਦ ਦੀਆਂ ਵਾਦੀਆਂ ਵਿੱਚ ਖੋ ਚੁੱਕੀ ਸੀ। ਸਵੇਰੇ ਅਮਿਤ ਪਿਆਰੀ ਜੀ ਮੁਸਕਾਨ ਲਈ ਮੈਨੂੰ ਜਗਾ ਰਿਹਾ ਸੀ। ਕਹਿਣ ਲੱਗਾ, ਉੱਠ ਜਾਓ ਮੈਡਮ ਜੀ, ਇਹ ਦਿੱਲੀ ਨਹੀਂ ਹੈ ਜੋ ਆਰਾਮ ਨਾਲ ਚੱਦਰ ਤਾਣ ਕੇ ਸੁੱਤੇ ਰਹੋਗੇ। ਮੈਂ ਹੌਲੀ-ਹੌਲੀ ਅੱਖਾਂ ਖੋਲੀਆਂ ਤਾਂ ਉਹ ਉੱਠ ਚੁੱਕਿਆ ਸੀ। ਅਮਿਤ ਬਿਸਤਰੇ ਤੋਂ ਉੱਠ ਕੇ ਆਪਣੇ ਕੱਪੜੇ ਕੱਢ ਰਿਹਾ ਸੀ। ਮੈਨੂੰ ਕਹਿਣ ਲੱਗਾ ਕਿ ਸਮਾਨ ਡਰੈਸਿੰਗ ਰੂਮ ਵਿੱਚ ਪਿਆ ਹੈ, ਉਹੀ ਪਾਉਣਾ ਹੈ। ਉਹ ਮੈਨੂੰ ਕਹਿ ਕੇ ਵਾਸ਼ਰੂਮ ਵਿੱਚ ਚਲਾ ਗਿਆ। ਮੈਂ ਬੈੱਡ ਤੋਂ ਉੱਠ ਕੇ ਬੈਠ ਗਈ। ਪਹਿਲਾਂ ਤਾਂ ਮੈਨੂੰ ਅਜਿਹਾ ਲੱਗਿਆ ਕਿ ਰਾਤ ਵਾਲੀ ਗੱਲ ਸ਼ਾਇਦ ਮੇਰਾ ਕੋਈ ਵਹਿਮ ਸੀ। ਮੈਂ ਉਹੀ ਗੱਲ ਸੋਚਦੇ ਡਰੈਸਿੰਗ ਰੂਮ ਵਿੱਚ ਚਲੀ ਗਈ ਜੋ ਮੇਰੇ ਹੀ ਕਮਰੇ ਵਿੱਚ ਬਣਿਆ ਹੋਇਆ ਸੀ। ਇੰਨਾ ਭਾਰੀ ਭਰਕਮ ਜੋੜਾ ਦੇਖ ਕੇ ਮੇਰੀਆਂ ਅੱਖਾਂ ਫਟੀਆਂ ਰਹਿ ਗਈਆਂ। ਮੈਂ ਫਰੈਸ਼ ਹੋਣ ਤੋਂ ਬਾਅਦ ਬਹੁਤ ਹੀ ਮੁਸ਼ਕਲ ਨਾਲ ਉਹਨਾਂ ਕੱਪੜਿਆਂ ਨੂੰ ਪਾਇਆ ਸੀ। ਅਮਿਤ ਕਮਰੇ ਤੋਂ ਜਾ ਚੁੱਕਿਆ ਸੀ ਤਾਂ ਕੁਝ ਕੁੜੀਆਂ ਨੇ ਮੈਨੂੰ ਪੁੱਛ ਕੇ ਮੇਰੇ ਕਮਰੇ ਵਿੱਚ ਆਈ ਅਤੇ ਮੈਨੂੰ ਗਹਿਣੇ ਪਾਉਣ ਲੱਗੀਆਂ ਤੇ ਤਿਆਰ ਕਰਨ ਲੱਗੀਆਂ। ਜਦੋਂ ਮੈਂ ਅੱਜ ਸੱਜ-ਧੱਜ ਕੇ ਬਾਹਰ ਆਈ ਤਾਂ ਮੇਰੇ ਜੇਠ ਜੀ ਸਾਹਮਣੇ ਕੁਰਸੀ ਉੱਤੇ ਬੈਠੇ ਸਨ। ਉਹਨਾਂ ਨੇ ਮੈਨੂੰ ਦੇਖਿਆ ਅਤੇ ਮੁਸਕਰਾਉਣ ਲੱਗੇ। ਫਿਰ ਮੇਰੇ ਕੋਲ ਆਏ ਤੇ ਮੇਰੇ ਉੱਤੇ ਹਜ਼ਾਰਾਂ ਦੇ ਨੋਟਾਂ ਦੀ ਬਰਸਾਤ ਕਰਕੇ ਮੇਰਾ ਸਵਾਗਤ ਕੀਤਾ। ਫਿਰ ਮੈਨੂੰ ਬਾਹਰ ਲੈ ਗਏ, ਜਿੱਥੇ ਪਿੰਡ ਦੀਆਂ ਔਰਤਾਂ ਮੈਨੂੰ ਦੇਖਣ ਲਈ ਮੇਰਾ ਇੰਤਜ਼ਾਰ ਕਰ ਰਹੀਆਂ ਸਨ।
ਗਰਮੀ ਅਤੇ ਧੁੱਪ ਵਿੱਚ ਨਾ ਜਾਣੇ ਕਦੋਂ ਤੋਂ ਉਹ ਮੇਰੀ ਇੱਕ ਝਲਕ ਦੇਖਣ ਲਈ ਬੈਠੀਆਂ ਹੋਈਆਂ ਸਨ। ਮੇਰੇ ਜੇਠ ਜੀ ਕਹਿਣ ਲੱਗੇ, ਇਹ ਸਾਡੇ ਘਰ ਦੀ ਨਵੀਂ ਮਾਲਕਣ ਅਮਿਤ ਦੀ ਪਤਨੀ। ਸਾਰੀਆਂ ਔਰਤਾਂ ਮੈਨੂੰ ਨਮਸਤੇ ਕਰਨ ਲੱਗੀਆਂ। ਮੈਂ ਥੋੜੀ ਦੇਰ ਤੋਂ ਜ਼ਿਆਦਾ ਉੱਥੇ ਰੁਕ ਨਹੀਂ ਪਾਈ ਕਿਉਂਕਿ ਤੇਜ਼ ਧੁੱਪ ਨੇ ਮੇਰੀ ਹਾਲਤ ਖਰਾਬ ਕਰ ਦਿੱਤੀ ਸੀ। ਜਲਦੀ ਵਿੱਚ ਅੰਦਰ ਗਈ ਅਤੇ ਆਪਣੇ ਕਮਰੇ ਵਿੱਚ ਏਸੀ ਆਨ ਕਰਕੇ ਬੈਠ ਗਈ। ਪੂਰਾ ਦਿਨ ਲਗਾਤਾਰ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਿਹਾ। ਅਮਿਤ ਨਾਲ ਮੇਰੀ ਮੁਲਾਕਾਤ ਵਸਰਾਤ ਨੂੰ ਹੋਈ ਸੀ, ਵਰਨਾ ਉਹ ਪੂਰਾ ਦਿਨ ਮਰਦਾਂ ਦੇ ਨਾਲ ਹੀ ਰਹੇ ਸਨ। ਪਿੰਡ ਦੀਆਂ ਕੁਝ ਹੋਰ ਹੀ ਰਸਮਾਂ ਰਿਵਾਜ਼ਾਂ ਹੁੰਦੀਆਂ ਹਨ। ਪਤੀ ਪਤਨੀ ਆਪਸ ਵਿੱਚ ਘੱਟ ਵਕਤ ਅਤੇ ਦੂਜਿਆਂ ਨਾਲ ਜ਼ਿਆਦਾ ਵਕਤ ਗੁਜ਼ਾਰਦੇ ਹਨ। ਇਹੀ ਮੇਰੇ ਨਾਲ ਵੀ ਹੋਇਆ ਸੀ। ਰਾਤ ਤੱਕ ਮੈਂ ਥਕਾਨ ਨਾਲ ਚੂਰ ਹੋ ਚੁੱਕੀ ਸੀ, ਇਸ ਲਈ ਲੇਟਦੇ ਹੀ ਮੈਨੂੰ ਨੀਂਦ ਆ ਗਈ। ਅਮਿਤ ਮੈਨੂੰ ਕਹਿਣ ਲੱਗਾ ਕਿ ਪਿੰਡ ਦੇ ਮਾਹੌਲ ਨਾਲ ਤੂੰ ਪਰੇਸ਼ਾਨ ਹੋ ਗਈ ਹੈ। ਉਹ ਮੈਨੂੰ ਪਿਆਰ ਨਾਲ ਦੇਖਣ ਲੱਗਾ। ਫਿਰ ਮੈਂ ਅੱਖਾਂ ਖੋਲ੍ਹੀ ਅਤੇ ਥੋੜਾ ਜਿਹਾ ਮੁਸਕਰਾ ਦਿੱਤੀ। ਮੈਂ ਕਿਹਾ, ਅਮਿਤ ਬਸ ਜਲਦੀ ਦਿੱਲੀ ਵਾਪਸ ਜਾਣ ਦਾ ਸੋਚੋ। ਮੈਨੂੰ ਅਜੇ ਮਾਹੌਲ ਦੀ ਆਦਤ ਨਹੀਂ ਹੈ। ਮੇਰੀ ਗੱਲ ਉੱਤੇ ਨਾ ਜਾਣੇ ਕਿਉਂ ਅਮਿਤ ਦੀ ਮੁਸਕਰਾਹਟ ਗਾਇਬ ਹੋ ਗਈ ਸੀ। ਫਿਰ ਉਹ ਬੈੱਡ ਤੇ ਬੈਠ ਗਿਆ ਅਤੇ ਕਹਿਣ ਲੱਗਾ, ਹੁਣੇ ਤਾਂ ਅਜਿਹਾ ਸੰਭਵ ਨਹੀਂ ਹੈ, ਪਰ ਮੈਂ ਕੋਸ਼ਿਸ਼ ਕਰਾਂਗਾ। ਨੀਂਦ ਵਿੱਚ ਹੁੰਦੇ ਹੋਏ ਵੀ ਪੂਰੀ ਅੱਖਾਂ ਖੋਲ ਕੇ ਮੈਂ ਉਸ ਨੂੰ ਘੂਰਨ ਲੱਗੀ। ਅਮਿਤ, ਮੈਂ ਪਿੰਡ ਵਿੱਚ 2 ਦਿਨ ਤੋਂ ਜ਼ਿਆਦਾ ਨਹੀਂ ਰਹਿ ਸਕਦੀ। ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਮੈਨੂੰ ਘੁਟਨ ਹੁੰਦੀ ਹੈ ਇੱਥੋਂ ਦੇ ਪਹਿਰਾਵੇ ਨਾਲ, ਰਹਿਣ ਸਹਿਣ ਨਾਲ। ਅਜੀਬ ਜਿਹਾ ਘੁਟਨ ਭਰਿਆ ਮਾਹੌਲ ਹੈ ਇੱਥੋਂ ਦਾ। ਮੈਂ ਨਹੀਂ ਰਹਿ ਸਕਦੀ ਇੱਥੇ। ਮੇਰੀ ਗੱਲ ਸੁਣ ਕੇ ਉਹ ਕਿਸੇ ਡੂੰਘੀ ਸੋਚ ਵਿੱਚ ਚਲਾ ਗਿਆ। ਉਸਨੇ ਸਿਗਰਟ ਕੱਢੀ ਅਤੇ ਲਾਈਟਰ ਨਾਲ ਜਲਾ ਕੇ ਪੀਣ ਲੱਗਾ। ਮੈਂ ਨੀਂਦ ਵਿੱਚ ਚੂਰ ਸੀ, ਇਸ ਲਈ ਸੋ ਗਈ। ਰਾਤ ਨੂੰ ਫਿਰ ਤੋਂ ਮੇਰੀਆਂ ਅੱਖਾਂ ਰੋਲੇ ਨਾਲ ਖੁੱਲੀਆਂ। ਉਹੀ ਇੱਕ ਕੁੜੀ ਦੀ ਚੀਕ ਪੁਕਾਰ, ਆਪਣੇ ਬਚਾਅ ਲਈ ਮਦਦ ਮੰਗਦੀ ਹੋਈ। ਮੈਂ ਤੁਰੰਤ ਉੱਠ ਕੇ ਬੈਠੀ ਅਤੇ ਅਮਿਤ ਨੂੰ ਵੀ ਜਗਾ ਦਿੱਤਾ। ਉਹ ਮੈਨੂੰ ਨੀਂਦ ਵਿੱਚ ਦੇਖਣ ਲੱਗਾ। ਮੈਂ ਕਿਹਾ, ਅਮਿਤ, ਕਿਸੇ ਦੇ ਚੀਕਣ ਦੀ ਆਵਾਜ਼ ਆ ਰਹੀ ਹੈ। ਮੇਰੀ ਗੱਲ ਉੱਤੇ ਅਮਿਤ ਨਜ਼ਰਾਂ ਚੁਰਾਉਂਦੇ ਹੋਏ ਕਹਿਣ ਲੱਗਾ, ਕਿਵੇਂ ਦੀ ਆਵਾਜ਼ਾਂ? ਮੈਨੂੰ ਤਾਂ ਇੱਥੇ ਕੋਈ ਆਵਾਜ਼ ਨਹੀਂ ਆ ਰਹੀ। ਮੈਂ ਉਸ ਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਸੀ। ਇਹ ਕਿਵੇਂ ਸੰਭਵ ਸੀ? ਮੈਨੂੰ ਤਾਂ ਕੁੜੀ ਦੇ ਚੀਕਣ ਦੀਆਂ ਆਵਾਜ਼ਾਂ ਆ ਰਹੀ ਸੀ, ਪਰ ਅਮਿਤ ਨੂੰ ਨਹੀਂ ਆ ਰਹੀ। ਮੈਂ ਹੈਰਤ ਨਾਲ ਅਮਿਤ ਵੱਲ ਦੇਖਿਆ। ਮੈਂ ਕਿਹਾ ਕਿ ਇਹ ਕੁੜੀ ਦੀ ਆਵਾਜ਼ ਤੁਹਾਨੂੰ ਨਹੀਂ ਸੁਣਾਈ ਦੇ ਰਹੀ ਹੈ? ਉਹ ਕਹਿਣ ਲੱਗਾ, ਨਹੀਂ, ਮੈਨੂੰ ਕੋਈ ਆਵਾਜ਼ ਸੁਣਾਈ ਨਹੀਂ ਦੇ ਰਹੀ ਹੈ। ਮੈਨੂੰ ਨੀਂਦ ਆ ਰਹੀ ਹੈ। ਮੈਨੂੰ ਪਰੇਸ਼ਾਨ ਨਾ ਕਰੋ। ਇਹ ਕਹਿ ਕੇ ਉਹ ਫਿਰ ਤੋਂ ਸੋ ਗਿਆ ਅਤੇ ਮੇਰਾ ਡਰ ਦੇ ਮਾਰੇ ਭੈੜਾ ਹਾਲ ਸੀ ਕਿ ਇਹ ਆਵਾਜ਼ ਸਿਰਫ ਮੈਨੂੰ ਹੀ ਸੁਣਾਈ ਦੇ ਰਹੀ ਸੀ। ਇਸ ਦਾ ਮਤਲਬ ਕੋਈ ਭੂਤ ਪ੍ਰੇਤ। ਇਹ ਸੋਚ ਕੇ ਤਾਂ ਮੈਂ ਕੰਬਣ ਲੱਗੀ ਸੀ। ਡਰ ਦੀ ਵਜ੍ਹਾ ਨਾਲ ਮੈਂ ਅਮਿਤ ਨਾਲ ਚਿਪਕ ਕੇ ਲੇਟ ਗਈ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਹੁਣ ਤਾਂ ਮੈਨੂੰ ਇਸ ਹਵੇਲੀ ਵਿੱਚ ਇੱਕ ਦਿਨ ਵੀ ਨਹੀਂ ਰੁਕਣਾ ਸੀ। ਮੈਨੂੰ ਤਾਂ ਭੂਤਾਂ ਤੋਂ ਬਹੁਤ ਡਰ ਲੱਗਦਾ ਸੀ। ਅਗਲੀ ਸਵੇਰ ਹੀ ਮੈਂ ਅਮਿਤ ਨਾਲ ਸ਼ਹਿਰ ਜਾਣ ਦੀ ਜਿੱਦ ਕਰਨੀ ਸ਼ੁਰੂ ਕਰ ਦਿੱਤੀ। ਮੈਂ ਕਿਹਾ, ਮੈਨੂੰ ਵਾਪਸ ਦਿੱਲੀ ਜਾਣਾ ਹੈ। ਮੈਨੂੰ ਡਰ ਮਹਿਸੂਸ ਹੋ ਰਿਹਾ ਹੈ। ਮੈਨੂੰ 2 ਦਿਨਾਂ ਤੋਂ ਇੱਥੇ ਕਿਸੇ ਦੇ ਚੀਕਣ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਜਿਵੇਂ ਕੋਈ ਕੁੜੀ ਮਦਦ ਲਈ ਪੁਕਾਰ ਰਹੀ ਹੋਵੇ। ਮੈਂ ਇੱਥੇ ਨਹੀਂ ਰਹਿ ਸਕਦੀ। ਡਰ ਦੀ ਵਜ੍ਹਾ ਨਾਲ ਅਜਿਹਾ ਲੱਗ ਰਿਹਾ ਸੀ ਜਿਵੇਂ ਮੈਂ ਹੁਣੇ ਰੋ ਦੇਵਾਂਗੀ। ਅਤੇ ਅਮਿਤ ਮੈਨੂੰ ਧਿਆਨ ਨਾਲ ਦੇਖ ਰਿਹਾ ਸੀ। ਉਹ ਵਾਰ-ਵਾਰ ਨਜ਼ਰਾਂ ਚੁਰਾ ਰਿਹਾ ਸੀ। ਉਹ ਮੈਨੂੰ ਕਹਿਣ ਲੱਗਾ, ਸਾਲਾਂ ਤੋਂ ਇਸ ਹਵੇਲੀ ਵਿੱਚ ਅਜਿਹੇ ਹੀ ਸਾਏ ਹਨ। ਕਿਸੇ ਨੂੰ ਅਜਿਹੀ ਆਵਾਜ਼ ਸੁਣਾਈ ਦਿੰਦੀ ਹੈ ਜਿਵੇਂ ਤੈਨੂੰ ਦੇ ਰਹੀ ਹੈ, ਪਰ ਉਹਨਾਂ ਸਾਇਆਂ ਨੇ ਕਦੇ ਵੀ ਸਾਨੂੰ ਨੁਕਸਾਨ ਨਹੀਂ ਪਹੁੰਚਾਇਆ। ਨਹੀਂ ਤਾਂ ਕਿ ਮੇਰੀ ਭਾਬੀਆਂ ਇੱਥੇ ਰਹਿ ਸਕਦੀਆਂ ਸਨ। ਮੈਨੂੰ ਅਮਿਤ ਦੀ ਕਿਸੇ ਵੀ ਗੱਲ ਤੋਂ ਸਕੂਨ ਨਹੀਂ ਮਿਲ ਰਿਹਾ ਸੀ। ਮੈਨੂੰ ਬਸ ਦਿੱਲੀ ਜਾਣ ਦਾ ਇੰਤਜ਼ਾਰ ਸੀ। ਸਵੇਰੇ ਨਾਸ਼ਤੇ ਵੇਲੇ ਮੇਰੇ ਜੇਠ ਜੀ ਨੇ ਅਮਿਤ ਨੂੰ ਪੁੱਛਿਆ ਕਿ ਤੁਸੀਂ ਦਿੱਲੀ ਵਾਪਸ ਕਦੋਂ ਜਾ ਰਹੇ ਹੋ? ਇਹ ਸੁਣ ਕੇ ਅਮਿਤ ਦਾ ਚਾਹ ਦਾ ਕੱਪ ਹੱਥ ਵਿੱਚ ਹੀ ਰਹਿ ਗਿਆ ਸੀ। ਪਰ ਮੈਂ ਦਿਲ ਹੀ ਦਿਲ ਵਿੱਚ ਖੁਸ਼ ਸੀ ਕਿ ਕਿਸੇ ਨੂੰ ਤਾਂ ਸਾਨੂੰ ਪਿੰਡ ਤੋਂ ਦਿੱਲੀ ਭੇਜਣ ਦਾ ਖਿਆਲ ਆਇਆ। ਅਮਿਤ ਨੇ ਕਿਹਾ, ਭਰਾ ਜੀ, ਜੋ ਤੁਹਾਡਾ ਆਦੇਸ਼। ਅਮਿਤ ਨੇ ਬਹੁਤ ਹੀ ਮੁਸ਼ਕਲ ਨਾਲ ਇਹ ਗੱਲ ਕਹੀ ਸੀ। ਉਹ ਆਪਣੇ ਵੱਡੇ ਭਰਾ ਤੋਂ ਬਹੁਤ ਡਰਦਾ ਸੀ। ਜੇਠ ਜੀ ਕਹਿਣ ਲੱਗੇ, ਅੱਜ ਸ਼ਾਮ ਤੱਕ ਤੁਸੀਂ ਦਿੱਲੀ ਜਾਣ ਦੀ ਤਿਆਰੀ ਕਰੋ। ਉੱਥੋਂ ਦੇ ਕੰਮ ਵੇਖੋ ਜਾ ਕੇ। ਮੈਂ ਤਾਂ ਖੁਸ਼ੀ ਦੇ ਮਾਰੇ ਫੁੱਲੀ ਨਹੀਂ ਸਮਾ ਰਹੀ ਸੀ। ਮੈਂ ਜਲਦੀ ਚਾਹ ਖਤਮ ਕੀਤੀ ਅਤੇ ਕੁਰਸੀ ਪਿੱਛੇ ਖਿਸਕਾ ਕੇ ਖੜੀ ਹੋ ਗਈ ਤਾਂ ਮੇਰੇ ਜੇਠ ਜੀ ਮੈਨੂੰ ਕਹਿਣ ਲੱਗੇ, ਨੂੰ ਅੱਜ ਤੂੰ ਰਾਸਤਾ ਠੀਕ ਤਰ੍ਹਾਂ ਕਿਉਂ ਨਹੀਂ ਕੀਤਾ? ਮੈਂ ਕਿਹਾ, ਮੈਨੂੰ ਆਪਣੀ ਅਤੇ ਅਮਿਤ ਦੀ ਪੈਕਿੰਗ ਵੀ ਕਰਨੀ ਹੈ। ਸ਼ਾਮ ਤੱਕ ਜਾਣਾ ਹੈ ਤਾਂ ਟਾਈਮ ਲੱਗ ਜਾਵੇਗਾ।
ਮੇਰੀ ਗੱਲ ਸੁਣ ਕੇ ਜੇਠ ਜੀ ਅਮਿਤ ਨੂੰ ਘੂਰਨ ਲੱਗੇ ਅਤੇ ਕਹਿਣ ਲੱਗੇ, ਤੂੰ ਨੂੰਹ ਨੂੰ ਇਹ ਨਹੀਂ ਦੱਸਿਆ ਕਿ ਹੁਣ ਉਹ ਇੱਥੇ ਹੀ ਰਹੇਗੀ? ਇਹ ਸੁਣ ਕੇ ਮੇਰੇ ਦਿਲ ਨੂੰ ਧੱਕਾ ਜਿਹਾ ਲੱਗਾ ਅਤੇ ਹੈਰਾਨੀ ਨਾਲ ਅਮਿਤ ਵੱਲ ਵੇਖਿਆ ਤਾਂ ਉਹ ਕਹਿਣ ਲੱਗਾ, ਮੈਂ ਭੁੱਲ ਗਿਆ ਸੀ ਵੀਰ ਜੀ। ਮੇਰੇ ਜੇਠ ਜੀ ਫਿਰ ਮੈਨੂੰ ਕਹਿਣ ਲੱਗੇ, ਪੁੱਤਰ ਤੂੰ ਹੁਣ ਸਾਡੀ ਇੱਜ਼ਤ ਹੈ ਅਤੇ ਸਾਡੇ ਘਰ ਦੀਆਂ ਔਰਤਾਂ ਹਵੇਲੀ ਤੋਂ ਬਾਹਰ ਕਦਮ ਨਹੀਂ ਰੱਖਦੀਆਂ। ਤੂੰ ਇੱਥੇ ਹੀ ਰਹੇਗੀ, ਦਿੱਲੀ ਅਮਿਤ ਜਾਵੇਗਾ। ਇਹ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਈ ਸੀ ਕਿ ਅਮਿਤ ਨੇ ਪਹਿਲਾਂ ਇਹ ਗੱਲ ਕਿਉਂ ਨਹੀਂ ਦੱਸੀ। ਉਸਨੇ ਇਹੀ ਕਿਹਾ ਸੀ ਕਿ ਕੁਝ ਸਮੇਂ ਮੈਨੂੰ ਪਿੰਡ ਵਿੱਚ ਰਹਿਣਾ ਪਵੇਗਾ, ਫਿਰ ਉਹ ਮੈਨੂੰ ਆਪਣੇ ਨਾਲ ਦਿੱਲੀ ਲੈ ਜਾਵੇਗਾ। ਮੈਂ ਗੁੱਸੇ ਨਾਲ ਉੱਠ ਕੇ ਕਮਰੇ ਵਿੱਚ ਚਲੀ ਗਈ। ਮੈਨੂੰ ਝੂਠ ਬੋਲਿਆ ਗਿਆ ਸੀ। ਕੁਝ ਦੇਰ ਬਾਅਦ ਹੀ ਅਮਿਤ ਕਮਰੇ ਵਿੱਚ ਆ ਗਿਆ। ਮੈਂ ਰੋਣ ਲੱਗੀ। ਮੈਂ ਕਿਹਾ, ਮੈਨੂੰ ਇਸ ਭੂਤ ਬੰਗਲੇ ਵਿੱਚ ਨਹੀਂ ਰਹਿਣਾ। ਤੁਸੀਂ ਮੈਨੂੰ ਝੂਠ ਕਿਹਾ ਸੀ ਕਿ ਅਸੀਂ ਦਿੱਲੀ ਵਿੱਚ ਰਹਾਂਗੇ। ਤੁਸੀਂ ਆਪਣੇ ਭਰਾ ਨੂੰ ਜਾ ਕੇ ਦੱਸ ਦਿਓ। ਮੇਰੀ ਗੱਲ ਸੁਣ ਕੇ ਉਹ ਮੇਰੇ ਕੋਲ ਆ ਕੇ ਬੈਠ ਕੇ ਬਹੁਤ ਹੀ ਪਿਆਰ ਨਾਲ ਬੋਲੇ, ਮੈਂ ਤੈਨੂੰ ਹੁਣੇ ਦਿੱਲੀ ਨਹੀਂ ਲੈ ਜਾ ਸਕਦਾ। ਬਸ ਤੁਸੀਂ ਕੁਝ ਮਹੀਨੇ ਇੱਥੇ ਰਹਿ ਲਓ, ਉਂਝ ਹੀ ਰਹੋ ਜਿਵੇਂ ਇੱਥੇ ਦੀਆਂ ਔਰਤਾਂ ਰਹਿੰਦੀਆਂ ਹਨ, ਫਿਰ ਮੈਂ ਤੈਨੂੰ ਦਿੱਲੀ ਲੈ ਜਾਵਾਂਗਾ। ਮੈਂ ਕਿਹਾ, ਮੈਂ ਤੁਹਾਡੇ ਬਿਨਾਂ ਇੱਥੇ ਨਹੀਂ ਰਹਾਂਗੀ। ਰਾਤ ਦੇ ਵਕਤ ਉਹਨਾਂ ਚੀਕਾਂ ਦੀ ਆਵਾਜ਼ ਮੇਰੀ ਜਾਨ ਕੱਢ ਦੇਵੇਗੀ। ਮੈਨੂੰ ਬਹੁਤ ਡਰ ਲੱਗਦਾ ਹੈ। ਉਹ ਮੈਨੂੰ ਕਹਿਣ ਲੱਗਾ, ਤੂੰ ਇਹਨਾਂ ਚੀਕਾਂ ਉੱਤੇ ਧਿਆਨ ਨਾ ਦੇਵੀਂ। ਉਹ ਜੋ ਵੀ ਹੈ ਤੈਨੂੰ ਕੁਝ ਨਹੀਂ ਕਰੇਗੀ। ਮੈਂ ਤੈਨੂੰ ਵਾਅਦਾ ਕਰਦਾ ਹਾਂ, ਤੂੰ ਬਸ ਕਮਰਾ ਲਾਕ ਰੱਖਣਾ ਅਤੇ ਰਾਤ ਨੂੰ ਬਿਲਕੁਲ ਵੀ ਬਾਹਰ ਨਾ ਨਿਕਲਣਾ। ਅਮਿਤ ਦੀਆਂ ਗੱਲਾਂ ਨੇ ਤਾਂ ਮੈਨੂੰ ਹੋਰ ਜ਼ਿਆਦਾ ਡਰਾ ਦਿੱਤਾ ਸੀ। ਮੈਂ ਕਿਹਾ, ਮੈਂ ਇਕੱਲੀ ਰਾਤ ਨੂੰ ਇਸ ਕਮਰੇ ਵਿੱਚ ਨਹੀਂ ਸੌ ਸਕਦੀ। ਅਮਿਤ ਕੁਝ ਦੇਰ ਤੱਕ ਸੋਚਦਾ ਰਿਹਾ, ਫਿਰ ਕਹਿਣ ਲੱਗਾ ਕਿ ਠੀਕ ਹੈ, ਮੈਂ ਭਰਾ ਨੂੰ ਕਹਿ ਕੇ ਇੱਕ ਨੌਕਰਾਣੀ ਦਾ ਇੰਤਜ਼ਾਮ ਕਰਵਾ ਦੇਵਾਂਗਾ। ਉਹ ਤੁਹਾਡੇ ਨਾਲ ਇਸ ਕਮਰੇ ਵਿੱਚ ਸੋ ਜਾਇਆ ਕਰੇਗੀ। ਪਰ ਤੂੰ ਬਸ ਇਹ ਕੋਸ਼ਿਸ਼ ਕਰਨਾ ਕਿ ਭਰਾ ਨੂੰ ਤੇਰੇ ਤੋਂ ਕੋਈ ਸ਼ਿਕਾਇਤ ਨਾ ਹੋਵੇ। ਮੈਂ ਇਸ ਗੱਲ ਉੱਤੇ ਸਿਰ ਹਿਲਾ ਦਿੱਤਾ। ਅਮਿਤ ਸ਼ਾਮ ਨੂੰ ਦਿੱਲੀ ਨਹੀਂ ਨਿਕਲ ਚੁੱਕਿਆ ਸੀ। ਮੈਂ ਇਕੱਲੀ ਰਹਿ ਗਈ ਸੀ। ਰਾਤ ਨੂੰ ਮੇਰੇ ਨਾਲ ਇੱਕ ਨੌਕਰਾਣੀ ਮੇਰੇ ਕਮਰੇ ਵਿੱਚ ਸੌਣ ਲੱਗੀ ਸੀ। ਉਹ ਜ਼ਮੀਨ ਤੇ ਆਪਣਾ ਬਿਸਤਰਾ ਵਿਛਾਉਂਦੀ ਸੀ ਤੇ ਲੇਟ ਜਾਂਦੀ ਸੀ। ਰਾਤ ਨੂੰ ਜਦੋਂ ਉਹਨਾਂ ਚੀਕਾਂ ਦੀ ਆਵਾਜ਼ ਆਉਂਦੀ ਤਾਂ ਮੇਰੀਆਂ ਅੱਖਾਂ ਖੁੱਲ੍ਹ ਜਾਂਦੀਆਂ। ਮੈਂ ਮਹਿਸੂਸ ਕੀਤਾ ਕਿ ਜਿਸ ਵਕਤ ਚੀਕਾਂ ਦੀ ਆਵਾਜ਼ ਆਉਂਦੀ ਸੀ, ਉਹ ਨੌਕਰਾਣੀ ਵੀ ਕਰਵਟਾਂ ਬਦਲਦੀ ਰਹਿੰਦੀ ਸੀ। ਮੈਨੂੰ ਇਹ ਸ਼ੱਕ ਹੋਣ ਲੱਗਾ ਕਿ ਸ਼ਾਇਦ ਉਹ ਵੀ ਉਹਨਾਂ ਆਵਾਜ਼ਾਂ ਨੂੰ ਸੁਣ ਸਕਦੀ ਹੈ। ਕਈ ਵਾਰ ਮੈਂ ਉਸ ਨੌਕਰਾਣੀ ਤੋਂ ਉਹਨਾਂ ਆਵਾਜ਼ਾਂ ਬਾਰੇ ਪੁੱਛਿਆ ਤਾਂ ਉਸਦੇ ਚਿਹਰੇ ਦਾ ਰੰਗ ਉੱਡ ਜਾਂਦਾ ਅਤੇ ਉਹ ਡਰ ਜਾਂਦੀ ਸੀ। ਫਿਰ ਨਾਂ ਵਿੱਚ ਸਿਰ ਹਿਲਾਉਣ ਲੱਗਦੀ ਅਤੇ ਕਹਿਣ ਲੱਗਦੀ, ਮੈਂ ਅਜੇ ਕੋਈ ਆਵਾਜ਼ ਨਹੀਂ ਸੁਣੀ। ਮੈਂ ਉਸਦੇ ਡਰ ਤੋਂ ਇਹ ਅੰਦਾਜ਼ਾ ਲਗਾ ਲਿਆ ਸੀ ਕਿ ਕਹਾਣੀ ਕੁਝ ਹੋਰ ਹੀ ਹੈ। ਇਸ ਲਈ ਉਸ ਨੂੰ ਕਿਹਾ ਕਿ ਮੈਂ ਜਾਣਦੀ ਹਾਂ ਕਿ ਉਹ ਆਵਾਜ਼ਾਂ ਤੈਨੂੰ ਵੀ ਸੁਣਾਈ ਦਿੰਦੀ ਹੈ। ਮੇਰੀ ਗੱਲ ਸੁਣ ਕੇ ਉਹ ਮੇਰੇ ਸਾਹਮਣੇ ਹੱਥ ਜੋੜਨ ਲੱਗੀ ਅਤੇ ਕਹਿਣ ਲੱਗੀ, ਇਸ ਗੱਲ ਦਾ ਜ਼ਿਕਰ ਹਵੇਲੀ ਵਿੱਚ ਕਿਸੇ ਨਾਲ ਨਾ ਕਰਨਾ, ਨਹੀਂ ਤਾਂ ਬਹੁਤ ਭੈੜਾ ਹੋਵੇਗਾ। ਉਸ ਨੌਕਰਾਣੀ ਦੀ ਗੱਲ ਸੁਣ ਕੇ ਮੈਨੂੰ ਇਹ ਜਾਣਨ ਦੀ ਬੇਸਬਰੀ ਹੋਣ ਲੱਗੀ ਕਿ ਅਖੀਰ ਪਤਾ ਵੀ ਤਾਂ ਲੱਗੇ ਕਿ ਇਹ ਸਾਰੀ ਕਹਾਣੀ ਹੈ ਕੀ। ਮੈਂ ਰਾਤ ਨੂੰ ਜਦੋਂ ਉਹ ਆਵਾਜ਼ਾਂ ਸੁਣੀਆਂ ਤਾਂ ਇਹ ਠਾਣ ਲਿਆ ਕਿ ਸੱਚਾਈ ਕੀ ਹੈ, ਇਸ ਦਾ ਪਤਾ ਲਗਾ ਕੇ ਹੀ ਰਹਾਂਗੀ, ਕਿਉਂਕਿ ਕਿਤੇ ਨਾ ਕਿਤੇ ਮੈਨੂੰ ਇਹ ਭਰੋਸਾ ਹੋ ਚੁੱਕਿਆ ਸੀ ਕਿ ਇਹ ਮਾਮਲਾ ਭੂਤ ਪ੍ਰੇਤ ਦਾ ਨਹੀਂ ਹੈ। ਰਾਤ ਨੂੰ ਉਹ ਆਵਾਜ਼ ਸੁਣ ਕੇ ਮੈਂ ਉੱਠ ਖੜੀ ਹੋਈ ਅਤੇ ਦੱਬੇ ਪੈਰ ਆਪਣੇ ਕਮਰੇ ਦੇ ਦਰਵਾਜ਼ੇ ਕੋਲ ਆਈ ਅਤੇ ਹੌਲੀ-ਹੌਲੀ ਦਰਵਾਜ਼ਾ ਖੋਲ੍ਹਿਆ। ਮੈਨੂੰ ਉਹ ਆਵਾਜ਼ ਉੱਤੇ ਦੀ ਮੰਜ਼ਲ ਵੱਲੋਂ ਆ ਰਹੀ ਸੀ। ਮੈਂ ਹੌਲੀ-ਹੌਲੀ ਚੱਲਦੀ ਹੋਈ ਉੱਤੇ ਚੜ੍ਹ ਗਈ। ਹੁਣ ਉਹ ਆਵਾਜ਼ਾਂ ਮੈਨੂੰ ਹੋਰ ਵੀ ਨੇੜੇ ਤੋਂ ਸੁਣਾਈ ਦੇਣ ਲੱਗੀ ਸੀ। ਜਦੋਂ ਮੈਂ ਉਹਨਾਂ ਆਵਾਜ਼ਾਂ ਦਾ ਪਿੱਛਾ ਕਰਦੇ ਹੋਏ ਅੱਗੇ ਵਧੀ ਤਾਂ ਸਾਹਮਣੇ ਕਮਰੇ ਨੂੰ ਵੇਖ ਕੇ ਮੇਰੇ ਹੋਸ਼ ਉੱਡ ਗਏ। ਉਹ ਤਾਂ ਮੇਰੇ ਜੇਠ ਜੀ ਦਾ ਕਮਰਾ ਸੀ, ਜਿੱਥੋਂ ਕੁੜੀਆਂ ਦੀਆਂ ਚੀਕਾਂ ਦੀਆਂ ਆਵਾਜ਼ਾਂ ਆ ਰਹੀ ਸੀ। ਮੇਰੇ ਚਿਹਰੇ ਦਾ ਰੰਗ ਉੱਡ ਚੁੱਕਿਆ ਸੀ। ਮੈਂ ਵਾਪਸ ਹੇਠਾਂ ਆ ਗਈ ਅਤੇ ਆਪਣੇ ਕਮਰੇ ਵਿੱਚ ਆ ਕੇ ਆਪਣੀ ਵੱਧਦੀ ਦਿਲ ਦੀਆਂ ਧੜਕਣਾਂ ਉੱਤੇ ਕਾਬੂ ਪਾਉਣ ਲੱਗੀ। ਪ੍ਰਤਾਪ ਯਾਨੀ ਕਿ ਮੇਰੇ ਜੇਠ ਜੀ ਦੇ ਕਮਰੇ ਵੱਲੋਂ ਆ ਰਹੀ ਆਵਾਜ਼ ਸੁਣ ਕੇ ਮੈਂ ਇਹ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਅਜੇ ਵੀ ਹੋ ਸਕਦੇ ਹਨ। ਉਹਨਾਂ ਦੀ ਪਤਨੀ ਵੀ ਜਿੰਦਾ ਨਹੀਂ ਸੀ, ਨਾ ਹੀ ਉਹਨਾਂ ਨੇ ਦੂਜਾ ਵਿਆਹ ਕਰਵਾਇਆ ਸੀ। ਦੁਨੀਆ ਦੇ ਸਾਹਮਣੇ ਉਹ ਕਿੰਨੇ ਵੱਡੇ ਸੰਸਕਾਰਾਂ ਵਾਲੇ ਸਨ। ਪਰ ਫਿਰ ਉਹ ਆਵਾਜ਼ਾਂ। ਮੈਂ ਆਪਣੇ ਆਪ ਨਾਲ ਗੱਲ ਕਰਨ ਲੱਗੀ। ਮੇਰੇ ਦਿਲ ਵਿੱਚ ਉਹਨਾਂ ਦੀ ਬਹੁਤ ਇੱਜ਼ਤ ਸੀ। ਮੈਂ ਉਹਨਾਂ ਬਾਰੇ ਇਸ ਤਰ੍ਹਾਂ ਸੋਚ ਵੀ ਨਹੀਂ ਸਕਦੀ ਸੀ। ਮੇਰੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗੇ। ਮੈਂ ਆਪਣੇ ਬੈੱਡ ਉੱਤੇ ਬੈਠ ਕੇ ਰੋਣ ਲੱਗੀ। ਮੇਰਾ ਜੇਠ ਅਤੇ ਔਰਤਾਂ ਨਾਲ? ਨਹੀਂ, ਅਜਿਹਾ ਕਿਵੇਂ ਹੋ ਸਕਦਾ ਹੈ? ਪਿੰਡ ਵਾਲੇ ਤਾਂ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਹਨ।
ਫਿਰ ਇਹ ਸਭ ਕੀ ਸੀ? ਇਹ ਉਹਨਾਂ ਦਾ ਕਿਹੜਾ ਰੂਪ ਸੀ ਜੋ ਅੱਜ ਮੈਂ ਆਪਣੀ ਅੱਖੀ ਵੇਖਿਆ ਸੀ? ਮੈਂ ਪੂਰੀ ਰਾਤ ਜਾਗਦੇ ਹੋਏ ਕੱਟੀ, ਕਿਉਂਕਿ ਮੈਂ ਉਹਨਾਂ ਬਾਰੇ ਅਜਿਹਾ ਸੋਚ ਵੀ ਨਹੀਂ ਸਕਦੀ ਸੀ। ਸਵੇਰੇ ਨਾਸ਼ਤੇ ਤੇ ਉਹ ਉਸੇ ਤਰ੍ਹਾਂ ਬੈਠੇ ਸਨ। ਮੇਰੀਆਂ ਅੱਖਾਂ ਵੇਖ ਕੇ ਚਾਹ ਪੀਂਦੇ ਹੋਏ ਕਹਿਣ ਲੱਗੇ, ਅਮਿਤ ਨੇ ਫੋਨ ਉੱਤੇ ਗੱਲ ਨਹੀਂ ਕੀਤੀ ਮੇਰੀ ਨੂੰਹ ਨਾਲ। ਉਦੋਂ ਰੋ ਰੋ ਕੇ ਅੱਖਾਂ ਸੁਜਾ ਲਈਆਂ ਹਨ। ਉਹਨਾਂ ਦੀ ਗੱਲ ਉੱਤੇ ਮੈਂ ਕੋਈ ਜਵਾਬ ਨਹੀਂ ਦਿੱਤਾ। ਆਪਣੇ ਆਪ ਹੀ ਮੁਸਕਰਾਉਣ ਲੱਗੇ। ਫਿਰ ਬੋਲੇ ਕਿ ਅਮਿਤ ਉੱਥੇ ਬਹੁਤ ਬਿਜੀ ਹੈ, ਸ਼ਾਇਦ ਇਸ ਲਈ ਫੋਨ ਨਹੀਂ ਕਰ ਪਾਇਆ। ਮੈਂ ਉਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਅੱਜ ਤਾਂ ਉਹਨਾਂ ਦੀ ਸ਼ਕਲ ਦੇਖਣ ਨੂੰ ਵੀ ਦਿਲ ਨਹੀਂ ਕਰ ਰਿਹਾ ਸੀ। ਕਿਵੇਂ ਦਾ ਦੋਗਲਾ ਇਨਸਾਨ ਸੀ। ਦਿਨ ਵਿੱਚ ਨੇਕ ਅਤੇ ਰਹਿਮ ਦਿਲ ਬਣਿਆ ਰਹਿੰਦਾ ਅਤੇ ਰਾਤ ਨੂੰ ਇਹ ਸੋਚ ਕੇ ਹੀ ਮੇਰਾ ਸਰੀਰ ਕੰਬਣ ਲੱਗ ਗਿਆ ਸੀ। ਮੈਂ ਸੋਚ ਚੁੱਕੀ ਸੀ ਕਿ ਹੁਣ ਇਹਨਾਂ ਦਾ ਪਰਦਾਫਾਸ਼ ਕਰਕੇ ਹੀ ਰਹਾਂਗੀ, ਪਰ ਮੈਂ ਨਹੀਂ ਜਾਣਦੀ ਸੀ ਕਿ ਮੈਂ ਆਪਣੇ ਲਈ ਕਿੰਨੀ ਵੱਡੀ ਮੁਸੀਬਤ ਖੜੀ ਕਰਨ ਜਾ ਰਹੀ ਹਾਂ। ਜਦੋਂ ਮੈਂ ਦੁਬਾਰਾ ਉਹੀ ਆਵਾਜ਼ ਸੁਣੀ, ਮੈਂ ਫਿਰ ਉਸੇ ਕਮਰੇ ਦੇ ਬਾਹਰ ਚਲੀ ਗਈ। ਕਮਰੇ ਦੇ ਹਾਲ ਵਿੱਚ ਦੇਖਣ ਲੱਗੀ ਤਾਂ ਇੱਕ 15 ਜਾਂ 16 ਸਾਲ ਦੀ ਕੁੜੀ ਸੀ। ਪਿੰਡ ਦੀ ਲੱਗ ਰਹੀ ਸੀ। ਉਸਦੇ ਚਿਹਰੇ ਤੋਂ ਉਸਦਾ ਦਰਦ ਸਾਫ਼-ਸਾਫ਼ ਪਤਾ ਚੱਲ ਰਿਹਾ ਸੀ। ਉਹ ਹੱਥ ਜੋੜੇ ਆਪਣੀ ਇੱਜ਼ਤ ਦੀ ਭੀਖ ਮੰਗ ਰਹੀ ਸੀ, ਚੀਕ ਰਹੀ ਸੀ। ਪਰ ਮੇਰੇ ਜੇਠ ਜੀ ਨੇ ਬੜੀ ਬੇਦਰਦੀ ਨਾਲ ਉਸਦਾ ਦੁਪੱਟਾ ਉਤਾਰ ਕੇ ਸੁੱਟ ਦਿੱਤਾ। ਮੈਂ ਉਸ ਤੋਂ ਜ਼ਿਆਦਾ ਨਹੀਂ ਵੇਖ ਸਕਦੀ ਸੀ। ਮੈਂ ਵਾਪਸ ਪਲਟ ਆਈ। ਕਿਵੇਂ ਵੀ ਕਰਕੇ ਮੈਂ ਉਹ ਰਾਤ ਕੱਟੀ ਸੀ। ਸਵੇਰ ਹੁੰਦੇ ਹੀ ਮੈਂ ਅਮਿਤ ਨੂੰ ਫੋਨ ਕੀਤਾ। ਮੈਂ ਕਿਹਾ, ਤੂੰ ਮੇਰੇ ਤੋਂ ਇੰਨਾ ਵੱਡਾ ਝੂਠ ਕਿਉਂ ਬੋਲਿਆ? ਤੂੰ ਕਿਹਾ ਹਵੇਲੀ ਵਿੱਚ ਆਤਮਾਵਾਂ ਹਨ, ਜਦੋਂ ਕਿ ਅਜਿਹਾ ਕੁਝ ਵੀ ਨਹੀਂ ਹੈ। ਉਹ ਆਵਾਜ਼ਾਂ ਪਿੰਡ ਦੀਆਂ ਮਾਸੂਮ ਕੁੜੀਆਂ ਦੀਆਂ ਹਨ, ਜੋ ਤੁਹਾਡੇ ਪਿਤਾ ਵਰਗੇ ਭਰਾ ਦੀ ਹਵਸ ਦਾ ਸ਼ਿਕਾਰ ਬਣਦੀਆਂ ਹਨ। ਮੇਰੇ ਮੂੰਹ ਵਿੱਚ ਜੋ ਆ ਰਿਹਾ ਸੀ, ਮੈਂ ਸਭ ਅਮਿਤ ਨੂੰ ਕਹਿ ਦਿੱਤਾ। ਮੇਰੀ ਗੱਲ ਸੁਣ ਕੇ ਉਹ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ ਕਿ ਆਪਣੀ ਜ਼ੁਬਾਨ ਨੂੰ ਬੰਦ ਰੱਖਣਾ, ਜਿਵੇਂ ਹਵੇਲੀ ਦੇ ਸਾਰੇ ਲੋਕ ਰੱਖਦੇ ਹਨ, ਵਰਨਾ ਤੈਨੂੰ ਪ੍ਰਤਾਪ ਦੀ ਤਾਕਤ ਦਾ ਅੰਦਾਜ਼ਾ ਨਹੀਂ, ਜਾਨੋਂ ਮਾਰ ਦੇਣਗੇ ਉਹ ਤੈਨੂੰ। ਮੈਂ ਅਮਿਤ ਦੀ ਗੱਲ ਸੁਣ ਕੇ ਜਿੰਨਾ ਹੈਰਾਨ ਹੋਈ ਉਨਾ ਘੱਟ ਸੀ। ਮਤਲਬ ਉਹ ਆਪਣੇ ਭਰਾ ਬਾਰੇ ਇਹ ਸਭ ਪਹਿਲਾਂ ਤੋਂ ਹੀ ਜਾਣਦਾ ਸੀ ਅਤੇ ਉਹ ਵੀ ਮਿਲਿਆ ਹੋਇਆ ਸੀ ਇਸ ਸਭ ਵਿੱਚ। ਮੈਂ ਫੋਨ ਬੰਦ ਕਰ ਦਿੱਤਾ। ਬੁਰਾਈ ਹੁੰਦੀ ਦੇਖ ਕੇ ਮੈਂ ਇਦਾਂ ਚੁੱਪ ਨਹੀਂ ਰਹਿ ਸਕਦੀ ਸੀ। ਮੈਨੂੰ ਬਸ ਇੱਕ ਸਬੂਤ ਚਾਹੀਦਾ ਸੀ, ਕਿਉਂਕਿ ਇੱਥੇ ਕੋਈ ਅਜਿਹਾ ਨਹੀਂ ਸੀ ਜੋ ਮੇਰੇ ਜੇਠ ਪ੍ਰਤਾਪ ਦੇ ਖਿਲਾਫ ਇੱਕ ਲਫ਼ਜ਼ ਵੀ ਬੋਲਦਾ। ਇਸ ਲਈ ਮੈਂ ਉਸ ਕਮਰੇ ਵਿੱਚ ਗਈ ਤੇ ਉਸ ਕਮਰੇ ਵਿੱਚ ਹੀ ਛੁਪ ਗਈ। ਕੁਝ ਦੇਰ ਬਾਅਦ ਉਸਦਾ ਨੌਕਰ ਸ਼ਰਾਬ ਦੀ ਬੋਤਲ ਲੈ ਕੇ ਆਇਆ ਅਤੇ ਸਾਹਮਣੇ ਟੇਬਲ ਉੱਤੇ ਰੱਖ ਦਿੱਤੀ। ਮੈਂ ਆਪਣੇ ਇੱਕ ਮੋਬਾਈਲ ਦਾ ਕੈਮਰਾ ਆਨ ਕਰ ਦਿੱਤਾ। ਕੁਝ ਦੇਰ ਬਾਅਦ ਇੱਕ ਸੋਹਣੀ ਤੇ ਘੱਟ ਉਮਰ ਦੀ ਮਾਸੂਮ ਜਿਹੀ ਕੁੜੀ ਉਸ ਕਮਰੇ ਵਿੱਚ ਆਈ। ਉਹ ਚੀਕ ਰਹੀ ਸੀ, ਵਾਰ-ਵਾਰ ਇਹ ਕਹਿ ਰਹੀ ਸੀ ਕਿ ਉਸ ਨੂੰ ਘਰ ਵਾਲਿਆਂ ਕੋਲ ਜਾਣਾ ਹੈ। ਉਹ ਨੌਕਰ ਉਸ ਕੁੜੀ ਨੂੰ ਕਮਰੇ ਅੰਦਰ ਧਕੇਲ ਕੇ ਕਮਰਾ ਬੰਦ ਕਰਕੇ ਚਲੇ ਗਏ। ਪ੍ਰਤਾਪ ਇੱਕਦਮ ਆਰਾਮ ਨਾਲ ਸੋਫੇ ਉੱਤੇ ਬੈਠਾ ਉਸ ਕੁੜੀ ਦੀ ਬੇਬਸੀ ਦਾ ਤਮਾਸ਼ਾ ਦੇਖ ਰਿਹਾ ਸੀ, ਜੋ ਬਹੁਤ ਜ਼ਿਆਦਾ ਰੋ ਰਹੀ ਸੀ, ਦਰਵਾਜ਼ਾ ਕੁੱਟ ਰਹੀ ਸੀ, ਆਪਣੇ ਬਚਾਅ ਲਈ ਮਦਦ ਮੰਗ ਰਹੀ ਸੀ, ਜਿਸ ਦੀ ਚੀਕੋ ਪੁਕਾਰ ਹਵੇਲੀ ਦੀ ਬੇਜਾਨ ਦੀਵਾਰਾਂ ਵਿੱਚ ਗੂੰਜ ਰਹੀ ਸੀ। ਉੱਥੋਂ ਦੇ ਲੋਕ ਇਸ ਜ਼ੁਲਮ ਉੱਤੇ ਬਿਲਕੁਲ ਖਾਮੋਸ਼ ਸਨ। ਉਹ ਕੁੜੀ ਜਦੋਂ ਦਰਵਾਜ਼ਾ ਵਜਾ ਕੇ ਥੱਕ ਗਈ ਤਾਂ ਪ੍ਰਤਾਪ ਕੋਲ ਆ ਕੇ ਹੱਥ ਜੋੜਨ ਲੱਗੀ ਅਤੇ ਕਹਿਣ ਲੱਗੀ, ਪ੍ਰਤਾਪ ਸਾਹਿਬ, ਮੈਨੂੰ ਛੱਡ ਦਿਓ, ਮੈਨੂੰ ਜਾਣ ਦਿਓ। ਮੈਂ ਤੁਹਾਡੀ ਧੀ ਦੀ ਉਮਰ ਦੀ ਹਾਂ, ਮੇਰੇ ਉੱਤੇ ਤਰਸ ਖਾਓ। ਉਸ ਦੀ ਗੱਲ ਸੁਣ ਕੇ ਮੇਰਾ ਜੇਠ ਗੁੱਸੇ ਵਿੱਚ ਉੱਠਿਆ ਅਤੇ ਉਸ ਦੇ ਵਾਲ ਫੜ ਕੇ ਕਹਿਰ ਭਰੀ ਨਜ਼ਰ ਨਾਲ ਦੇਖਦੇ ਹੋਏ ਬੋਲਿਆ, ਤੇਰੀ ਇੰਨੀ ਹਿੰਮਤ ਕਿ ਤੂੰ ਮੇਰੇ ਸਾਹਮਣੇ ਜ਼ੁਬਾਨ ਚਲਾਵੇ? ਤੈਨੂੰ ਮੈਂ ਦੱਸਦਾ ਹਾਂ ਕਿ ਮੇਰੇ ਸਾਹਮਣੇ ਜ਼ੁਬਾਨ ਚਲਾਉਣ ਵਾਲਿਆਂ ਦਾ ਮੈਂ ਕੀ ਅੰਜਾਮ ਕਰਦਾ ਹਾਂ। ਇਹ ਕਹਿ ਕੇ ਉਸਨੇ ਕੁੜੀ ਨੂੰ ਬੜੀ ਜ਼ੋਰ ਨਾਲ ਜ਼ਮੀਨ ਉੱਤੇ ਪਟਕ ਦਿੱਤਾ। ਉਹ ਕੁੜੀ ਦਰਦ ਨਾਲ ਬਿਲਬਲਾ ਉੱਠੀ ਅਤੇ ਮੈਂ ਇਹ ਸਭ ਨਹੀਂ ਦੇਖ ਪਾ ਰਹੀ ਸੀ। ਨਾ ਜਾਣੇ ਕਿਵੇਂ ਮੈਂ ਆਪਣੇ ਆਪ ਨੂੰ ਕਾਬੂ ਵਿੱਚ ਕੀਤਾ, ਉੱਥੇ ਖੜੀ ਇਹ ਸਭ ਵੇਖ ਰਹੀ ਸੀ। ਫਿਰ ਮੇਰੇ ਜੇਠ ਨੇ ਉਸ ਕੁੜੀ ਨੂੰ ਫੜ ਕੇ ਬਿਸਤਰ ਉੱਤੇ ਪਟਕ ਦਿੱਤਾ ਅਤੇ ਆਪਣਾ ਸਿਗਰਟ ਜਲਾ ਕੇ ਜਿਵੇਂ ਹੀ ਉਸ ਕੁੜੀ ਦੇ ਚਿਹਰੇ ਉੱਤੇ ਲਗਾਇਆ, ਉਸ ਕੁੜੀ ਦੀ ਚੀਕ ਦੇ ਨਾਲ ਮੇਰੀ ਵੀ ਚੀਖ ਨਿਕਲ ਗਈ। ਪ੍ਰਤਾਪ ਤੁਰੰਤ ਹੀ ਪਿੱਛੇ ਹਟ ਗਿਆ। ਮੇਰੀ ਚੀਕ ਸੁਣ ਕੇ ਉਹ ਸਮਝ ਗਿਆ ਸੀ ਕਿ ਕਮਰੇ ਵਿੱਚ ਉਸ ਕੁੜੀ ਤੋਂ ਇਲਾਵਾ ਵੀ ਕੋਈ ਹੋਰ ਹੈ। ਇਸ ਤੋਂ ਪਹਿਲਾਂ ਕਿ ਉਹ ਮੈਨੂੰ ਲੱਭ ਲੈਂਦਾ, ਮੈਂ ਖਿੜਕੀ ਤੋਂ ਬਾਹਰ ਨਿਕਲ ਗਈ। ਪਰ ਸ਼ਾਇਦ ਉਹ ਮੈਨੂੰ ਵੇਖ ਚੁੱਕਿਆ ਸੀ, ਕਿਉਂਕਿ ਮੈਂ ਕੋਈ ਪ੍ਰੋਫੈਸ਼ਨਲ ਜਾਸੂਸ ਤਾਂ ਨਹੀਂ ਸੀ, ਇੱਕ ਆਮ ਜਿਹੀ ਕੁੜੀ ਸੀ। ਮੈਂ ਜਿਸ ਰਸਤੇ ਤੋਂ ਆਈ ਸੀ ਉਸੇ ਰਸਤੇ ਤੋਂ ਹੇਠਾਂ ਉਤਰ ਗਈ, ਪਰ ਮੈਂ ਆਪਣੇ ਕਮਰੇ ਦੀ ਬਜਾਏ
ਹਵੇਲੀ ਦੇ ਪਿੱਛੇ ਚਲੀ ਗਈ। ਮੈਂ ਉੱਥੇ ਜਾ ਕੇ ਛੁਪ ਗਈ। ਮੈਨੂੰ ਪੂਰੀ ਹਵੇਲੀ ਵਿੱਚ ਇੱਕ ਹਲਚਲ ਜਿਹੀ ਮਹਿਸੂਸ ਹੋਈ। ਬਹੁਤ ਸਾਰੇ ਕਦਮਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀ। ਮੈਂ ਇੱਕ ਸੰਘਣੀ ਝਾੜੀ ਵਿੱਚ ਛੁਪ ਗਈ ਸੀ। ਬਹੁਤ ਸਾਰੇ ਨੌਕਰ ਟਾਰਚ ਜਲਾ ਕੇ ਮੈਨੂੰ ਖੋਜ ਰਹੇ ਸਨ। ਮੈਂ ਤਾਂ ਸਾਹ ਲੈਣਾ ਹੀ ਭੁੱਲ ਗਈ ਸੀ। ਮੈਨੂੰ ਡਰ ਸੀ ਕਿ ਹੁਣੇ ਮੈਂ ਫੜੀ ਜਾਵਾਂਗੀ। ਕੁਝ ਦੇਰ ਬਾਅਦ ਨੌਕਰ ਉੱਥੋਂ ਚਲੇ ਗਏ। ਉਹਨਾਂ ਦੇ ਜਾਂਦੇ ਹੀ ਮੈਂ ਸਕੂਨ ਦਾ ਸਾਹ ਲਿਆ। ਮੈਂ ਇੱਕ ਵੱਡੇ ਦਰਖਤ ਉੱਤੇ ਚੜ੍ਹਨ ਲੱਗੀ ਜੋ ਇਸ ਹਵੇਲੀ ਦੀ ਦੀਵਾਰ ਨਾਲ ਲੱਗਿਆ ਹੋਇਆ ਸੀ। ਉਸ ਦਰਖਤ ਤੇ ਚੜ੍ਹ ਕੇ ਮੈਂ ਦੀਵਾਰ ਤੋਂ ਦੂਜੇ ਪਾਸੇ ਵੇਖਿਆ ਤਾਂ ਉਹ ਇੱਕ ਸੰਘਣਾ ਜੰਗਲ ਸੀ। ਮੈਂ ਉੱਥੇ ਕੁੱਦ ਗਈ। ਮੈਂ ਨਹੀਂ ਜਾਣਦੀ ਸੀ ਕਿ ਮੈਂ ਉਸ ਜੰਗਲ ਨੂੰ ਪਾਰ ਕਰਨ ਤੋਂ ਬਾਅਦ ਕਿੱਥੇ ਪਹੁੰਚ ਜਾਵਾਂਗੀ, ਪਰ ਮੈਂ ਲਗਾਤਾਰ ਭੱਜ ਰਹੀ ਸੀ। ਸਵੇਰ ਤੱਕ ਮੈਂ ਭੱਜਦੀ ਰਹੀ। ਜਿਵੇਂ ਹੀ ਹਲਕੀ ਹਲਕੀ ਰੋਸ਼ਨੀ ਹੋਈ, ਮੈਂ ਸੜਕ ਉੱਤੇ ਪਹੁੰਚ ਚੁੱਕੀ ਸੀ। ਉਸੇ ਵੇਲੇ ਇੱਕ ਬੱਸ ਦਿੱਲੀ ਜਾਣ ਲਈ ਉੱਥੋਂ ਗੁਜ਼ਰ ਰਹੀ ਸੀ। ਮੈਂ ਉਸ ਬੱਸ ਵਿੱਚ ਬੈਠ ਗਈ। ਪੂਰੇ ਰਸਤੇ ਮੈਂ ਆਪਣਾ ਚਿਹਰਾ ਦੁਪੱਟੇ ਤੋਂ ਛੁਪਾਇਆ ਰੱਖਿਆ। ਦਿੱਲੀ ਪਹੁੰਚਦੇ ਹੀ ਮੈਂ ਆਪਣੇ ਪਾਪਾ ਦੇ ਦੋਸਤ, ਜੋ ਕਿ IPS ਅਫਸਰ ਸਨ, ਉਹਨਾਂ ਨੂੰ ਉਹ ਵੀਡੀਓ ਦਿਖਾ ਦਿੱਤੀ। ਮੇਰੀ ਵਜ੍ਹਾ ਨਾਲ ਹੁਣ ਉਸ ਪਿੰਡ ਵਿੱਚ ਇਸ ਘਿਨੌਣੇ ਖੇਲ ਦਾ ਕਿੱਸਾ ਖਤਮ ਹੋ ਗਿਆ ਸੀ ਅਤੇ ਪ੍ਰਤਾਪ ਦੇ ਨਾਲ-ਨਾਲ ਅਮਿਤ ਵੀ ਫੜਿਆ ਗਿਆ ਸੀ। ਉਹ ਲੋਕ ਪਿੰਡ ਦੀ ਘੱਟ ਉਮਰ ਦੀਆਂ ਕੁੜੀਆਂ ਨਾਲ ਗਲਤ ਕਰਕੇ ਉਹਨਾਂ ਨੂੰ ਦੂਜੇ ਦੇਸ਼ ਵਿੱਚ ਭੇਜਦੇ ਸਨ ਅਤੇ ਕੁਝ ਨੂੰ ਮਾਰ ਦਿੰਦੇ ਸਨ ਅਤੇ ਮੇਰੇ ਪਤੀ ਵੀ ਦਿੱਲੀ ਵਿੱਚ ਉਹੀ ਕੰਮ ਕਰਦੇ ਸਨ। ਇਸ ਲਈ ਮੈਨੂੰ ਆਪਣੇ ਨਾਲ ਲੈ ਕੇ ਨਹੀਂ ਗਏ। ਮੈਂ ਹੁਣ ਅਮਿਤ ਤੋਂ ਤਲਾਕ ਲੈ ਲਿਆ ਸੀ ਕਿਉਂਕਿ ਮੈਂ ਅਜੇ ਸ਼ਖਸ ਨਾਲ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਸੀ। ਮੈਨੂੰ ਖੁਸ਼ੀ ਸੀ ਕਿ ਮੇਰੀ ਵਜ੍ਹਾ ਨਾਲ ਬਹੁਤ ਸਾਰੀਆਂ ਮਾਸੂਮ ਕੁੜੀਆਂ ਦੀ ਜ਼ਿੰਦਗੀ ਨਰਕ ਬਣਨ ਤੋਂ ਬਚ ਗਈ ਸੀ।